हेलो एंड वेलकम टू द स्टडी वीज़ा शो। मैं हाँ ਤੁਹਾਡੀ ਹੋਸਟ ਸਿਮੀ ਤੇ ਮੇਰੇ ਨਾਲ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਡਾਇਰੈਕਟਰ ਔਰ ਐਜੂਕੇਸ਼ਨ ਐਕਸਪਰਟ ਜਸਮੀਤ ਭਾਟੀਆ ਜੀ। ਜਸਮੀਤ ਜੀ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਤੇ ਬ੍ਰੇਕਿੰਗ ਨਿਊਜ਼ ਇਹ ਹੈ ਕਿ 12 ਸੀਬੀਐਸਈ ਦੇ ਐਗਜ਼ਾਮਸ ਇੱਕ ਵਾਰ ਫਿਰ ਤੋਂ ਪੋਸਟਪੋਨ ਹੋ ਗਏ ਨੇ। ਐਗਜ਼ਾਮਸ ਪੋਸਟਪੋਨ ਹੋਏ ਨੇ, ਜ਼ਾਹਿਰ ਤੌਰ ਤੇ ਰਿਜ਼ਲਟ ਵੀ ਲੇਟ ਹੀ ਆਏਗਾ ਤੇ ਇਹੋ ਜੀ ਸੀਨ 'ਚ ਜਿਹੜੇ ਸਟੂਡੈਂਟਸ ਫੋਰਨ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਦਾ ਪ੍ਰਭਾਵ ਉਹਨਾਂ ਤੇ ਪਏਗਾ, ਜਾਣਦੇ ਹਾਂ ਜਸਮੀਤ ਜੀ ਤੋਂ। ਸੀ ਬੜਾ ਹੀ ਇੰਪੋਰਟੈਂਟ ਹੈ ਸਟੂਡੈਂਟਸ ਜਿਹੜੇ ਇਸ ਸਾਲ 12ਵੀਂ ਦੇ ਐਗਜ਼ਾਮ ਦੇਣਗੇ ਜਾਂ ਗ੍ਰੈਜੂਏਸ਼ਨ ਦੇ ਐਗਜ਼ਾਮ ਦੇਣਗੇ ਡਿਊ ਟੂ ਸ਼ਾਰਪ ਕੋਵਿਡ ਰਾਈਜ਼ ਇਨ ਇੰਡੀਆ। ਸੋ ਸਰਕਾਰਾਂ ਸੋਚ ਰਹੀਆਂ ਕਿ ਜਿਹੜੇ 12ਵੀਂ ਦੇ ਐਗਜ਼ਾਮ ਹੈ ਪੋਸਟਪੋਨ ਕਰ ਦਿੱਤੇ ਜਾਣ ਐਂਡ ਵੀ ਡੋਂਟ ਨੋ ਕਿ ਵੈਨ ਦ ਐਗਜ਼ਾਮਸ ਵਿਲ ਹੈਪਨ, ਵੈਨ ਦ ਰਿਜ਼ਲਟਸ ਵਿਲ ਬੀ ਆਊਟ। ਸੋ ਸਟੂਡੈਂਟਸ ਆਪਾਂ ਖਿਆਲ ਰੱਖਣਾ ਬਹੁਤ ਸਾਰੀਆਂ ਚੀਜ਼ਾਂ ਦਾ। ਜੇ ਤੁਸੀਂ ਬਾਹਰ ਜਾਣ ਦੀ ਤਿਆਰੀ ਖਿੱਚ ਲਈ ਹੈ ਔਰ ਤੁਸੀਂ ਮਨ ਬਣਾ ਲਿਆ ਕਿ ਤੁਸੀਂ ਬਾਹਰ ਜਾ ਕੇ ਹੀ ਪੜ੍ਹਨਾ ਹੈ, ਸੋ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਜੇ ਤੁਸੀਂ ਹੁਣ 12ਵੀਂ ਤੋਂ ਬਾਅਦ ਹੁਣ ਬਾਹਰ ਜਾਣਾ ਚਾਹੁੰਦੇ ਹੋ। ਸੋ ਮੋਸਟ ਪ੍ਰੋਬਬਲੀ ਸਤੰਬਰ 21 'ਚ 12ਵੀਂ ਵਾਲੇ ਬੱਚੇ ਨਹੀਂ ਜਾ ਪਾਉਣਗੇ ਜੇ ਹੋਰ ਡਿਲੇ ਹੁੰਦਾ ਸੀਬੀਐਸਈ ਦੇ 12ਵੀਂ ਦੇ ਐਗਜ਼ਾਮਸ ਦੇ ਵਿੱਚ। ਸੋ ਉਹਨਾਂ ਨੂੰ ਜਨਵਰੀ 22 ਹੀ ਲੈਣਾ ਪਏਗਾ। ਔਰ ਮੈਨੂੰ ਦੇਖਣ 'ਚ ਇਹ ਮਿਲਦਾ ਕਿ ਕਿੰਨਾ ਡਿਲੇ ਹੁੰਦਾ, ਕਿਤੇ ਇਹ ਨਾ ਹੋਵੇ ਕਿ ਜਨਵਰੀ 2022 ਵੀ 12th ਦੇ ਸਟੂਡੈਂਟ ਐਤਕੀ ਮਿਸ ਕਰ ਜਾਣ। ਸੋ ਜੇ ਤੁਸੀਂ ਨਹੀਂ ਮਿਸ ਕਰਨਾ ਚਾਹੁੰਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ। ਜੀ ਬਿਲਕੁਲ। ਤੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ, ਕੀ ਆਪਸ਼ਨਸ ਹੈ 12th ਦੇ ਸਟੂਡੈਂਟਸ ਵਾਸਤੇ? ਸੀ ਆਪਸ਼ਨਸ ਆਰ ਅਨਲਿਮਿਟਿਡ। ਸੀ ਰਾਈਟ ਨਾਓ ਸਟੂਡੈਂਟਸ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਜੇ ਪੇਪਰ ਪੋਸਟਪੋਨ ਹੋ ਰਹੇ ਆ ਤਾਂ ਉਸ ਟਾਈਮ ਨੂੰ ਅਸੀਂ ਚੰਗੀ ਤਰ੍ਹਾਂ ਯੂਟਿਲਾਈਜ਼ ਕਰੀਏ ਔਰ ਆਈਲੈਟਸ ਦੀ ਤਿਆਰੀ ਕਰ ਲਈਏ। ਸੋ ਆਈਲੈਟਸ ਐਗਜ਼ਾਮ ਦੀ ਅਸੀਂ ਤਿਆਰੀ ਕਰ ਲਈਏ ਉਸ ਸਮੇਂ ਦੇ ਵਿੱਚ ਜੇ ਸਾਡੇ ਐਗਜ਼ਾਮਸ ਡਿਲੇ ਹੋ ਰਹੇ। ਮੈਨੂੰ ਬਹੁਤ ਸਾਰੇ ਸਟੂਡੈਂਟ ਮਿਲ ਕੇ ਗਏ ਆ ਜਿਨ੍ਹਾਂ ਦੇ 12ਵੀਂ ਦੇ ਐਗਜ਼ਾਮ ਇਸ ਸਾਲ 'ਚ ਹੈ ਔਰ ਉਹਨਾਂ ਨੇ ਆਲਰੇਡੀ ਆਈਲੈਟਸ ਕਰ ਲਈ ਹੋਈ ਹੈ। ਸੋ ਜੇ ਤੁਸੀਂ ਨਹੀਂ ਕੀਤੀ ਹੈ ਤਾਂ ਆਈਲੈਟਸ ਦਾ ਐਗਜ਼ਾਮ ਇਸ ਸਮੇਂ ਦੇ ਅੰਦਰ ਦੇ ਦਿਓ। ਕਿਤੇ ਇਹ ਨਾ ਹੋਵੇ ਕਿ ਜਿਹੜੇ ਆਈਲੈਟਸ ਦੇ ਐਗਜ਼ਾਮ ਹੈ ਉਹ ਵੀ ਹੋਣੇ ਬੰਦ ਹੋ ਜਾਣ ਜਿਵੇਂ ਜਿਹੜੀ ਕਰਵ ਹੈ ਕੋਵਿਡ ਦੀ ਵੱਧਦੀ ਜਾ ਰਹੀ ਹੈ। ਸੋ ਮੇਰੀ ਸਾਰੇ ਸਟੂਡੈਂਟਸ ਨੂੰ ਐਡਵਾਈਸ ਹੈ ਕਿ ਆਈਲੈਟਸ ਦੀ ਤਿਆਰੀ ਅਸੀਂ ਖਿੱਚ ਲਈਏ ਔਰ ਆਈਲੈਟਸ ਕਰ ਲਈਏ। ਸੋ ਜੇ ਤੁਸੀਂ ਸੈਂਟਰ 'ਚ ਨਹੀਂ ਜਾਣਾ ਚਾਹੁੰਦੇ ਤਾਂ ਘਰ ਬੈਠੇ ਵੀ ਤੁਸੀਂ ਆਈਲੈਟਸ ਦੀ ਤਿਆਰੀ ਕਰ ਸਕਦੇ ਹੋ। ਲੈਂਡਮਾਰਕ ਇਮੀਗ੍ਰੇਸ਼ਨ ਦਾ ਪੋਰਟਲ ਹੈ ਜਿਹਦਾ ਖਰਚਾ ਸਿਰਫ 7500 ਰੁਪਈਆ ਔਰ ਸਾਲ ਲਈ ਤੁਸੀਂ ਉਸ ਪੋਰਟਲ ਤੇ ਪੜ੍ਹਾਈ ਕਰ ਸਕਦੇ ਹੋ, ਮੌਕ ਟੈਸਟ ਕਰ ਸਕਦੇ ਹੋ, ਆਪਣੇ ਰਿਜ਼ਲਟਸ ਦੇਖ ਸਕਦੇ ਹੋ, ਲਾਈਵ ਕਲਾਸਿਸ ਅਟੈਂਡ ਕਰ ਸਕਦੇ ਹੋ। ਸੋ ਡੈਫੀਨੇਟਲੀ ਤੁਸੀਂ ਬੜਾ ਅਫੋਰਡੇਬਲ ਹੈ ਕਿਉਂਕਿ ਕੋਸਟ ਇਜ਼ ਓਨਲੀ 7500 ਰੁਪੀਜ਼ ਫॉर ਅ ਈਅਰ। ਸੋ ਤੁਸੀਂ ਉੱਤੇ ਬੈਠ ਕੇ ਘਰ ਬੈਠੇ ਪੜ੍ਹਾਈ ਕਰ ਸਕਦੇ ਹੋ ਔਰ ਆਪਣਾ ਆਈਲੈਟਸ ਦਾ ਐਗਜ਼ਾਮ ਕਰ ਸਕਦੇ ਹੋ। ਸੋ ਦੂਜੀ ਚੀਜ਼ ਹੈ ਜੇ ਸਾਨੂੰ ਸਮਾਂ ਮਿਲ ਰਿਹਾ ਪੋਸਟਪੋਨ ਹੋ ਰਹੇ ਆ ਐਗਜ਼ਾਮਸ ਤਾਂ ਸਾਨੂੰ ਆਪਣੀ ਪੜ੍ਹਾਈ 'ਤੇ ਪੂਰਾ ਜਿਹਨੂੰ ਕਹਿੰਦੇ ਨੰਬਰਸ ਜ਼ਿਆਦਾ ਲੈਣੇ ਚਾਹੀਦੇ ਆ, ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਜਿੰਨੀ ਪਰਸੈਂਟੇਜ ਸਾਡੀ ਜ਼ਿਆਦਾ ਹੋਏਗੀ ਉਹਨਾਂ ਵੀਜ਼ਾ ਸਕਸੈਸ ਰੇਟ ਵੀ ਜ਼ਿਆਦਾ ਹੋਏਗਾ। ਸੋ ਆਈਲੈਟਸ ਦੇ ਜਿੰਨੇ ਬੈਂਡ ਜ਼ਿਆਦਾ ਹੋਣਗੇ ਉਹਨਾਂ ਜ਼ਿਆਦਾ ਵੀਜ਼ਾ ਸਕਸੈਸ ਰੇਟ ਹੋਏਗਾ, ਜਿੰਨੀ ਸਾਡੀ ਪਰਸੈਂਟੇਜ ਜ਼ਿਆਦਾ ਹੋਏਗੀ ਉਹਨਾਂ ਜ਼ਿਆਦਾ ਸਾਡਾ ਵੀਜ਼ਾ ਸਕਸੈਸ ਰੇਟ ਹੋਏਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਸਟੂਡੈਂਟਸ ਧਿਆਨ ਰੱਖਣ ਔਰ ਫਿਊਚਰ 'ਚ ਜੇ ਤੁਸੀਂ ਹੁਣ ਕੈਨੇਡਾ ਜਾਣਾ ਚਾਹੁੰਦੇ ਹੋ ਤੁਸੀਂ ਦੇਖਦੇ ਹੋ ਕਿ ਜਨਵਰੀ 2022 'ਚ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਆਈਲੈਟਸ ਤੁਹਾਨੂੰ ਹੁਣੇ ਹੀ ਕਰਨੀ ਪਏਗੀ। ਜੇ ਤੁਸੀਂ ਰਿਜ਼ਲਟਸ ਤੋਂ ਬਾਅਦ ਆਈਲੈਟਸ ਕਰਦੇ ਹੋ ਤਾਂ ਮਈ 2022 ਵਿਲ ਬੀ ਯੋਰ ਇਨਟੇਕ। ਬਟ ਮਈ 2022 'ਚ ਲਿਮਿਟਿਡ ਸੀਟਸ ਹੁੰਦੀਆਂ, ਲਿਮਿਟਿਡ ਕੋਰਸਿਸ ਚਲਾਉਂਦੇ ਆ ਕਾਲਜ, ਤਾਂ ਉਹ ਕਈ ਵਾਰੀ ਸਾਨੂੰ ਕੋਰਸ ਨਹੀਂ ਪਸੰਦ ਆਉਂਦਾ ਮਈ ਇਨਟੇਕ 'ਚ। ਸੋ ਦੈਨ ਯੂ ਵਿਲ ਗੋ ਟੂ ਸਪਟੈਂਬਰ 2022। ਸੋ ਇਹ ਸਾਰੀਆਂ ਚੀਜ਼ਾਂ ਦਾ ਸਟੂਡੈਂਟਸ ਨੂੰ ਬਹੁਤ ਹੀ ਕਰੀਬੀ ਦੇ ਨਾਲ ਧਿਆਨ ਰੱਖਣਾ ਪਏਗਾ। ਜੀ ਬਿਲਕੁਲ। ਔਰ ਬੜੀ ਅੱਛੀ ਗੱਲ ਕਹੀ ਕਿ ਪੋਰਟਲ ਹੈ ਲੈਂਡਮਾਰਕ ਇਮੀਗ੍ਰੇਸ਼ਨ ਦਾ ਜਿਹਦੇ ਤੇ ਤੁਹਾਨੂੰ ਬਹੁਤ ਹੀ ਮਿਨੀਮਲ ਚਾਰजेस ਦੇ ਵਿੱਚ ਪੂਰੇ ਸਾਲ ਵਾਸਤੇ ਉਹ ਪੋਰਟਲ ਅਵੇਲੇਬਲ ਜਿੱਥੇ ਤੁਸੀਂ ਘਰ ਬੈਠੇ ਆਰਾਮ ਦੇ ਨਾਲ ਆਪਣੀ ਆਈਲੈਟਸ ਦੀ ਤਿਆਰੀ ਕਰ ਸਕਦੇ ਹੋ। ਬਿਕਾਜ਼ ਬਾਹਰ ਨਿਕਲਣਾ ਸ਼ਾਇਦ ਹਲੇ ਇੰਨਾ ਈਜ਼ੀ ਨਹੀਂ ਹੈ ਔਰ ਬਹੁਤ ਰਿਸਕੀ ਵੀ ਹੈ, ਤਾਂ ਤੁਸੀਂ ਘਰ ਬੈਠ ਕੇ ਆਪਣਾ ਟਾਈਮ ਯੂਟਿਲਾਈਜ਼ ਕਰ ਸਕਦੇ ਹੋ ਔਰ ਵਧੀਆ ਤੋਂ ਵਧੀਆ ਬੈਂਡਸ ਲੈ ਸਕਦੇ ਹੋ। ਪਲੱਸ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ 'ਚ ਕਾਲ ਕਰ ਸਕਦੇ ਹੋ, ਆਪਣੀ ਕੁਐਰੀ ਰੱਖ ਸਕਦੇ ਹੋ। ਤੁਹਾਡੀ ਕੁਐਰੀਜ਼ ਦੇ ਤੁਹਾਨੂੰ ਪੂਰੇ ਆਨਸਰਸ ਦਿੱਤੇ ਜਾਣਗੇ, ਤੁਹਾਡੇ ਸਾਰੇ ਡਾਊਟਸ ਕਲੀਅਰ ਕੀਤੇ ਜਾਣਗੇ। ਲੇਕਿਨ ਟਾਈਮ ਵੇਸਟ ਨਹੀਂ ਕਰਨਾ। ਜਿੱਦਾਂ ਕਿ ਜਸਮੀਤ ਜੀ ਨੇ ਕਿਹਾ ਕਿ ਅਗਰ ਹੁਣ ਐਗਜ਼ਾਮਸ ਹੋ ਜਾਂਦੇ ਨੇ ਤੇ ਜਨਵਰੀ ਇਨਟੇਕ ਕੋਸ਼ਿਸ਼ ਰਹੇਗੀ ਕਿ ਜਿਹੜੇ ਸਟੂਡੈਂਟ ਜਲਦੀ ਜਾਣਾ ਚਾਹੁੰਦੇ ਉਹਨਾਂ ਨੂੰ ਜਨਵਰੀ ਇਨਟੇਕ ਦੇ ਵਿੱਚ ਭੇਜਿਆ ਜਾ ਸਕਦਾ ਹੈ। ਤੁਹਾਡਾ ਐਡਵਾਈਸ ਕੀ ਹੈ ਸਟੂਡੈਂਟਸ ਨੂੰ ਕਿ ਹੁਣ ਸਟੂਡੈਂਟਸ ਤਿਆਰੀ ਤਾਂ ਕਰ ਹੀ ਰਹੇ ਨੇ ਨਾਲ ਬਾਏ ਦਾ ਚਾਂਸ ਡੇਟ ਸ਼ੀਟ ਪੋਸਟਪੋਨ ਹੋਏ ਜਾ ਰਹੀ ਹੈ, ਤੇ ਤੁਸੀਂ ਕੀ ਐਡਵਾਈਸ ਕਰੋਗੇ ਸਟੂਡੈਂਟਸ ਨੂੰ? ਸੀ ਮੇਰੀ ਇਹੀ ਸਾਰੇ ਸਟੂਡੈਂਟਸ ਨੂੰ ਐਡਵਾਈਸ ਹੈ ਕਿ ਡੇਟ ਸ਼ੀਟ ਜੇ ਪੋਸਟਪੋਨ ਹੋ ਰਹੀ ਹੈ, ਸੀਬੀਐਸਈ ਦੀ ਹੁਣ ਅਨਾਊਂਸਮੈਂਟ ਆਈ ਹੈ, ਮੋਸਟ ਪ੍ਰੋਬਬਲੀ ਅਦਰ ਸਟੇਟ ਬੋਰਡਸ ਵਿਲ ਆਲਸੋ ਫੋਲੋ। ਸੋ ਸਟੂਡੈਂਟਸ ਘਰ ਬੈਠੇ ਆ ਤਾਂ ਤਿਆਰੀ ਬਹੁਤ ਸਟਰੋਂਗ ਕਰਨ ਆਪਣੇ ਆਈਲੈਟਸ ਦੀ ਔਰ ਆਪਣੇ ਜਿਹੜੇ ਪੇਪਰ ਹੋਣੇ ਆ, ਜਿਹੜੇ ਵੀ ਸਬਜੈਕਟਸ ਤੁਸੀਂ ਲਏ ਆ, ਆਰਟਸ, ਕਮਰਸ, ਨੋਨ ਮੈਡੀਕਲ, ਮੈਡੀਕਲ,
ਉਹਨਾਂ ਦੇ ਕੋਰਸਿਸ ਨੂੰ ਆਪਣਾ ਸਟਰੋਂਗ ਕਰ ਲਈਏ, ਖਾਸ ਕਰਕੇ ਕੋਰ ਕੋਰਸਿਸ ਨੂੰ। ਫਿਰ ਤੁਸੀਂ ਘਰ ਬੈਠੇ ਜ਼ਰੂਰ ਸਰਚ ਕਰ ਸਕਦੇ ਹੋ ਤੁਸੀਂ ਕਿਹੜੀ ਜਗ੍ਹਾ ਜਾਣਾ ਚਾਹੁੰਦੇ ਹੋ, ਕਿਹੜੇ ਕਾਲਜ ਜਾਣਾ ਚਾਹੁੰਦੇ ਹੋ, ਕਿਹੜੇ ਕੋਰਸ ਜਾਣਾ ਚਾਹੁੰਦੇ ਹੋ, ਕਿ ਇਹ ਰਿਸਰਚ ਜੇ ਆਪਾਂ ਅਸੀਂ ਪਹਿਲਾਂ ਕਰਕੇ ਰੱਖੀਏ ਤਾਂ ਬਹੁਤ ਫਾਇਦਾ ਹੁੰਦਾ ਹੈ। ਫਿਰ ਉਸ ਤੋਂ ਬਾਅਦ ਕਿਹੜੇ ਕੰਸਲਟੈਂਟ ਥਰੂ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ। ਸੋ ਇਫ ਵੀ ਆਰ ਪ੍ਰੀਪੇਅਰਡ ਵਿਦ ਐਵਰੀਥਿੰਗ ਦੈਨ ਦ ਪ੍ਰੋਸੈਸ ਵਿਲ ਬੀ ਰੀਅਲੀ ਸਮੂਥ। ਫਿਰ ਜਦੋਂ ਅਸੀਂ ਪੇਪਰ ਦੇ ਰਿਜ਼ਲਟ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਦੀ ਤਿਆਰੀ ਕਰਾਂਗੇ ਤਾਂ ਫਿਰ ਹੋਰ ਸਮਾਂ ਲੱਗ ਜਾਏਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ, ਬਲਕਿ ਵਿਜ਼ਿਟ ਕਰ ਸਕਦੇ ਹੋ। ਅੱਜ ਕੱਲ੍ਹ ਬਹੁਤ ਸਾਰੇ ਕੰਸਲਟੈਂਟਸ ਓਪਨ ਹੈਗੇ ਹੈ ਐਂਡ ਤੁਸੀਂ ਵਿਜ਼ਿਟ ਕਰ ਸਕਦੇ ਹੋ, ਸਾਡੇ ਆਫਿਸਿਸ 'ਚ ਵੀ ਵਿਜ਼ਿਟ ਕਰ ਸਕਦੇ ਹੋ ਔਰ ਐਡਵਾਈਸ ਲੈ ਸਕਦੇ ਹੋ ਕਿ ਤੁਹਾਨੂੰ ਕੀ ਕਰਨਾ ਚਾਹੀਦਾ, ਹਾਊ ਯੂ ਸ਼ੁੱਡ ਗੋ ਵਿਦ your application to study abroad. So these are few key points you should keep in your mind. ਜੀ ਬਿਲਕੁਲ। ਇਨ ਸ਼ਾਰਟ ਟਾਈਮ ਜਿਹੜਾ ਉਹ ਤੁਸੀਂ ਯੂਟਿਲਾਈਜ਼ ਕਰਨਾ, ਇਹ ਨਹੀਂ ਸੋਚਣਾ ਕਿ ਐਗਜ਼ਾਮ ਪੋਸਟਪੋਨ ਹੋ ਰਿਹਾ ਤੇ ਹੁਣ ਅਸੀਂ ਕੀ ਕਰੀਏ। ਉਹ ਟਾਈਮ ਨੂੰ ਤੁਸੀਂ ਰਿਸਰਚ ਵਰਕ ਤੇ ਯੂਟਿਲਾਈਜ਼ ਕਰੋ, ਆਪਣੇ ਆਇਲਸ ਦੀ ਸਕੋਰ ਨੂੰ ਇੰਪਰੂਵ ਕਰਨ ਵਾਸਤੇ ਯੂਟਿਲਾਈਜ਼ ਕਰੋ ਔਰ ਆਪਣੇ 12th ਦੇ ਸਕੋਰ ਨੂੰ ਇੰਪਰੂਵ ਕਰਨ ਵਾਸਤੇ ਯੂਟਿਲਾਈਜ਼ ਕਰੋ ਤੇ ਤੁਹਾਡਾ ਬਾਹਰ ਜਾਣਾ ਹੋਰ ਵੀ ਜ਼ਿਆਦਾ ਈਜ਼ੀ ਹੋ ਜਾਏਗਾ। ਜਸਮੀਤ ਜੀ, ਥੈਂਕ ਯੂ ਵੈਰੀ ਮਚ, ਤੁਸੀਂ ਸ਼ੋਅ 'ਚ ਆਏ ਔਰ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਦਿੱਤੀ। ਧੰਨਵਾਦ।